ਇੰਗਲੈਂਡ ਅਤੇ ਦੇਸ਼ ਵਿਦੇਸ਼ ਸਿੱਖ ਚੈਨਲ ਦੇਖ ਰਹੀ ਸਾਰੇ ਹੀ ਸੰਗਤ ਨੂੰ ਮੇਰੇ ਵੱਲੋਂ ਯਾਨੀ ਕਿ ਕਮਲਜੀਤ ਸਿੱਧੂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨਾਬ, ਅੱਜ ਅਸੀਂ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਉਂਦੇ ਹੈਗੇ ਹਾਂ ਭਾਈ ਧਰਮ ਸਿੰਘ ਚੈਰੀਟੇਬਲ ਟਰਸਟ, ਉਹਨਾਂ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਜਿਹੜੇ ਕਿ ਇਸ ਟਾਈਮ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਦੇ ਹਾਂ ਬੀਬੀ ਸੰਦੀਪ ਕੌਰ ਜੀ ਕਿ ਪਹਿਲਾਂ ਆਪ ਜੀ ਇਸ ਤਰ੍ਹਾਂ ਦੱਸੋ ਕਿ ਤੁਹਾਡਾ ਜਿਹੜਾ ਜਨਮ ਹੈ ਉਹ ਕਿੱਥੋਂ ਦਾ ਹੈਗਾ ਆ ਅਤੇ ਕਿਸ ਇਲਾਕੇ ਨਾਲ ਤੁਸੀਂ ਸੰਬੰਧਿਤ ਹੋ? ਮੇਰਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂਰ ਦਾ ਹੈਗਾ ਵਾ। ਅਸੀਂ 6 ਭੈਣਾਂ ਤੇ ਇੱਕ ਭਰਾ ਸੀਗਾ ਸਾਡਾ ਜੀ। ਅਤੇ ਵਿਦਿਅਕ ਯੋਗਤਾ ਤੋਂ ਬਾਅਦ ਜ਼ਿੰਦਗੀ ਦੀਆਂ ਕੀ ਕੀ ਗਤੀਵਿਧੀਆਂ ਰਹੀਆਂ? ਵਿਦਿਅਕ ਯੋਗਤਾ ਮੈਂ ਮੈਟ੍ਰਿਕ ਪਾਸ ਸੀਗੀ ਪਹਿਲੇ ਜੀ। ਉਹਨਾਂ ਦਿਨਾਂ 'ਚ ਜਿਸ ਟਾਈਮ ਮੈਂ ਸਟੱਡੀ ਕਰ ਰਹੀ ਸੀ, ਨਵੇਂ ਜਿਹੜੇ ਪਬਲਿਕ ਸਕੂਲ ਜਿਹੜੇ ਨਵੇਂ ਖੁੱਲ੍ਹੇ ਸੀਗੇ ਔਰ ਮੇਰੀ ਜਿਹੜੀ ਮੁੱਢਲੀ ਪੜ੍ਹਾਈ ਆ 5ਵੀਂ ਕਲਾਸ ਤੱਕ ਪਿੰਡ ਦੇ ਸਾਰਚੂਰ ਪਿੰਡ ਦੇ ਸਰਕਾਰੀ ਸਕੂਲ ਤੋਂ ਹੋਈ ਸੀ ਔਰ ਉਸ ਤੋਂ ਬਾਅਦ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਮੈਂ ਪਬਲਿਕ ਸਕੂਲ ਸੀ ਸੰਤ ਮਹਾਂਵੀਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਪਿੰਡ ਲੰਗਰਵਾਲ ਦੇ ਵਿੱਚ, ਉੱਥੇ ਮੈਂ ਮੈਟ੍ਰਿਕ ਪਾਸ ਕੀਤੀ ਸੀਗੀ। ਇਸ ਤੋਂ ਬਾਅਦ ਮੈਂ ਜਦੋਂ ਜੇਲ੍ਹ ਯਾਤਰਾ ਦੌਰਾਨ ਮੈਨੂੰ ਪੜ੍ਹਾਈ ਕਰਨ ਦਾ ਕੁਝ ਮੌਕਾ ਮਿਲਿਆ, ਜਿੱਥੇ ਮੈਂ ਜਾ ਕੇ +2 ਪਾਸ ਕੀਤੀ। ਉਸ ਤੋਂ ਇਲਾਵਾ ਫਿਰ ਗਿਆਨੀ ਪਾਸ ਕੀਤੀ। ਫਿਰ BA ਭਾਗ ਪਹਿਲਾ ਦਾ ਜਿਹੜੇ ਪੇਪਰ ਸੀ ਮੈਂ ਉਹ ਜੇਲ੍ਹ ਵਿੱਚ ਦੇ ਕੇ ਫਿਰ ਮੇਰੀ ਰਿਹਾਈ ਹੋਈ ਸੀ। ਉਸ ਤੋਂ ਬਾਅਦ ਮੈਂ ਖਾਲਸਾ ਕਾਲਜ ਪਟਿਆਲੇ ਤੋਂ ਜਿਹੜੀ ਹੈਗੀ ਆ BA ਕੰਪਲੀਟ ਕੀਤੀ ਹੈਗੀ। ਲੰਮਾ ਸਮਾਂ ਤੁਸੀਂ ਜਿਹੜਾ ਪੰਜਾਬ ਦਾ ਸੰਤਾਪ ਹੈਗਾ ਉਹ ਅੱਖੀਂ ਵੀ ਵੇਖਿਆ ਅਤੇ ਉਹਨੂੰ ਤਨ 'ਤੇ ਹੰਢਾਇਆ ਵੀ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਪੰਜਾਬ ਵਿੱਚ ਜੋ ਵੀ ਮਾਹੌਲ ਚੱਲਿਆ ਹੈਗਾ 1978 ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਜਾਂ ਹੁਣ ਤੱਕ, ਆਜ਼ਾਦੀ ਤੋਂ ਬਾਅਦ ਹੀ ਸਿੱਖ ਜਿਹੜਾ ਹੈਗਾ ਵਾ ਉਹ ਆਪਣੇ ਹੱਕਾਂ ਦੀ ਹਿੱਤਾਂ ਦੀ ਗੱਲ ਕਰ ਰਿਹਾ ਹੈਗਾ, ਆਪਣੇ ਹੱਕਾਂ ਲਈ ਲੜ ਰਿਹਾ ਹੈਗਾ ਵਾ। 1984 ਦੇ ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੁੰਦਾ ਹੈਗਾ ਤਾਂ ਉਸ ਦੌਰਾਨ ਹਰ ਇੱਕ ਸਿੱਖ ਦਾ ਜਿਹੜਾ ਹੈਗਾ ਵਾ ਕਾਲਜਾ ਜਿਹੜਾ ਵਲੂੰਦਿਆ ਗਿਆ। ਹਰ ਇੱਕ ਸਿੱਖ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ। ਉਹਨਾਂ ਵਿੱਚੋਂ ਮੈਂ ਵੀ ਇੱਕ ਸੀਗੀ ਜਿਹਨੂੰ ਮਨ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ, ਬਹੁਤ ਜ਼ਿਆਦਾ ਨਿਰਾਸ਼ਾ ਹੋਈ ਕਿ ਸਾਡੇ ਧਾਰਮਿਕ ਸਥਾਨ ਦੇ ਉੱਤੇ ਇੰਨੇ ਵੱਡੇ ਪੱਧਰ 'ਤੇ ਫੌਜ ਨੇ ਚੜ੍ਹਾਈ ਕਰਕੇ ਮਹਾਰਾਜ ਦੀ ਬੇਅਦਬੀ ਕੀਤੀ ਆ। ਇਸੇ ਦੌਰਾਨ ਨਵੰਬਰ 1984 ਵਿੱਚ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਹੈਗਾ ਔਰ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ 'ਤੇ 3 ਦਿਨ ਜਿਹੜਾ ਹੈਗਾ ਤਸ਼ੱਦਦ ਕੀਤਾ ਗਿਆ। ਕੁੱਤੇ ਜਿਹੜੇ ਹੈਗੇ ਆ 3 ਦਿਨ ਸਿੱਖਾਂ ਦੀਆਂ ਗਲੀਆਂ ਵਿੱਚ ਰੁਲਦੀਆਂ ਜਿਹੜੀਆਂ ਲਾਸ਼ਾਂ ਉਹ ਖਾਂਦੇ ਰਹੇ ਹੈਗੇ ਆ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਝਰੋਖਿਆਂ ਰਾਹੀਂ ਬੇਵੱਸੀ ਦੇ ਵਿੱਚ ਉਹਨਾਂ ਦੇ ਬਲਦੀਆਂ ਲਾਸ਼ਾਂ ਨੂੰ ਜਾਂ ਕੁੱਤੇ ਖਾਂਦੇ ਜਿਹੜੇ ਉਹਦੇ ਲਾਸ਼ਾਂ ਨੂੰ ਦੇਖਦੇ ਰਹੇ ਹੈਗੇ ਆ। ਉਹ ਸੰਤਾਪ ਜਿਹੜਾ ਹੈਗਾ ਵਾ ਹਰ ਇੱਕ ਸਿੱਖ ਨੇ ਹੰਢਾਇਆ ਹੈਗਾ ਵਾ। ਇਸੇ ਦੌਰਾਨ ਹੀ ਫਿਰ ਪੰਜਾਬ ਦੇ ਵਿੱਚ ਜਿਹੜੀ ਬਹੁਤ ਵੱਡੇ ਪੱਧਰ 'ਤੇ ਨੌਜਵਾਨਾਂ ਨੇ ਜਿਹੜੀ ਆ ਇਸ 'ਤੇ ਰੋਸ ਵਜੋਂ ਬਗਾਵਤ ਕੀਤੀ ਔਰ ਗੌਰਮੈਂਟ ਦੇ ਖਿਲਾਫ ਜਿਹੜਾ ਹੈਗਾ ਵਾ ਇੱਕ ਜਹਾਦ ਜਿਹੜਾ ਹੈਗਾ ਵਾ ਉਹ ਲੜਿਆ, ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਸੀਗੀ ਜੀ। ਭਾਈ ਧਰਮ ਸਿੰਘ ਜੀ ਦੀ ਆਪਾਂ ਗੱਲ ਕਰੀਏ, ਉਹਨਾਂ ਨਾਲ ਜ਼ਿੰਦਗੀ ਦਾ ਸੰਬੰਧ ਵੀ ਰਿਹਾ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਦੱਸੋ। ਕਿਹੜਾ ਵੇਲਾ ਸੀ, ਕਿਸ ਤਰੀਕੇ ਬੀਤਿਆ, ਕਿਵੇਂ ਹੋਇਆ ਉਹ ਸਾਰਾ ਕੁਛ? 28 ਦਸੰਬਰ 1992 ਨੂੰ ਜਿਹੜੀ ਉਹਨਾਂ ਦੀ ਸ਼ਹੀਦੀ ਹੋਈ ਹੈਗੀ ਆ। ਉਸ ਟਾਈਮ ਮੈਂ ਸੰਗਰੂਰ ਜੇਲ੍ਹ ਵਿੱਚ ਹੀ ਬੰਦ ਸੀਗੀ। ਜੇਲ੍ਹ ਵਿੱਚ ਹੀ ਮੈਨੂੰ ਸਿੰਘ ਸਾਹਿਬ ਹੋਣਾ ਦੇ ਮਾਤਾ ਜੀ ਅਤੇ ਮੇਰੇ ਛੋਟੀ ਜਿਹੜੀ ਸਿਸਟਰ ਹੈਗੀ ਆ ਉਹ ਮੁਲਾਕਾਤ ਕਰਨ ਜਾਂਦੇ ਹੈਗੇ ਆ। ਉਸ ਦਿਨ 29 ਦਸੰਬਰ ਨੂੰ ਜੇਲ੍ਹ ਵਿੱਚ ਜਿਹੜੀ ਹੈਗੀ ਆ ਅਖਬਾਰ ਬਿਲਕੁਲ ਨਹੀਂ ਗਈ, ਬਲਕਿ ਟੋਟਲ ਜਿਹੜੀ ਅਖਬਾਰ ਹੈ ਉਹ ਬੰਦ ਕਰ ਦਿੱਤੀ ਗਈ ਹੈਗੀ ਜੇਲ੍ਹ ਵਿੱਚ। ਆਮ ਜੇ ਕੋਈ ਜੇਲ੍ਹ ਵਿੱਚ ਕੈਦੀਆਂ ਨੂੰ ਕੋਈ ਖਬਰ ਨਹੀਂ ਸੀ ਪੜ੍ਹਾਉਣੀ ਹੁੰਦੀ ਤਾਂ ਉਸ ਦੀ ਕਟਿੰਗ ਕਰਕੇ ਅਤੇ ਬਾਕੀ ਅਖਬਾਰ ਜਿਹੜੀ ਹੈਗੀ ਹੈ ਜੇਲ੍ਹ ਵਿੱਚ ਭੇਜ ਦਿੱਤੀ ਜਾਂਦੀ ਸੀ। ਪਰ ਉਹ ਜਿਹੜੀ ਫਰੰਟ ਪੇਜ 'ਤੇ ਬਹੁਤ ਕਰੀਬ ਅੱਧੇ ਪੇਜ ਦੀ ਅਜੀਤ ਦੇ ਉੱਤੇ ਖਬਰ ਲੱਗੀ ਹੋਈ ਸੀ ਸਿੰਘ ਸਾਹਿਬ ਹੋਣਾ ਦੀ ਸ਼ਹੀਦੀ ਦੀ। ਇਸ ਕਰਕੇ ਜੇਲ੍ਹ ਪ੍ਰਸ਼ਾਸਨ ਨੇ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਅਖਬਾਰ ਜਿਹੜੀ ਜ਼ਬਤ ਕਰ ਲਈ ਸੀ, ਕੈਦੀਆਂ ਨੂੰ ਪੜ੍ਹਨ ਲਈ ਨਹੀਂ ਦਿੱਤੀ ਗਈ ਸੀਗੀ। ਔਰ 28 ਦਸੰਬਰ ਦੀ ਰਾਤ ਨੂੰ ਮੈਂ ਜਿਹੜੀ ਹੈਗੀ ਆ ਕਾਫੀ ਰਾਤ ਤੱਕ ਆਪਣੀ ਜਿਹੜੀ ਇੱਕ ਉੱਥੇ ਜੇਲ੍ਹ ਵਾਰਡਨ ਸੀ ਉਹਦੇ ਨਾਲ ਸਿੰਘ ਸਾਹਿਬ ਦੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਨੇਗੀਆਂ ਉਹਦੇ ਨਾਲ ਮੈਂ ਗੱਲਾਂ ਕਰਦੀ ਰਹੀ। ਕਾਫੀ ਲੇਟ ਮੈਂ ਸੁੱਤੀ ਹੈਗੀ ਆ। ਮੈਨੂੰ ਕੋਈ ਉਸ ਟਾਈਮ ਪਤਾ ਨਹੀਂ ਸੀ ਕਿ ਸਿੰਘ ਸਾਹਿਬ ਜਿਹੜੇ ਹੈਗੇ ਆ ਇਸ ਦੁਨੀਆ ਤੋਂ ਜਾ ਚੁੱਕੇ ਆ। ਔਰ
ਸਵੇਰੇ ਮੈਂ ਕਾਫੀ ਉਹਨਾਂ ਦਿਨਾਂ ਦੇ ਵਿੱਚ ਮੈਂ ਕਰੀਬ 12 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਤੇ ਫਿਰ ਮੈਂ ਦੁਬਾਰੇ ਥੋੜਾ ਸੌਂ ਜਾਂਦੀ ਹੁੰਦੀ ਸੀਗੀ। ਫਿਰ ਜਦੋਂ ਅਖਬਾਰ ਆਉਂਦੀ ਸੀ ਫਿਰ ਮੈਂ ਉਸ ਦੌਰਾਨ ਉੱਠਦੀ ਹੁੰਦੀ ਸੀਗੀ। ਪਰ ਉਸ ਦਿਨ ਅਖਬਾਰ ਨਹੀਂ ਆਈ ਹੈਗੀ ਜੇਲ੍ਹ ਵਿੱਚ। ਮੈਂ ਜਦੋਂ ਉੱਠੀਆਂ ਤੇ ਮੈਂ ਉੱਠਦਿਆਂ ਸਾਰ ਹੀ ਹਮੇਸ਼ਾ ਧਿਆਨ ਰਹਿੰਦਾ ਸੀ ਅਖਬਾਰ ਵਿੱਚ ਖਬਰਾਂ ਦੇ ਵਿੱਚ। ਮੈਂ ਆਪਣੀ ਲੇਡੀ ਕਾਂਸਟੇਬਲ ਨੂੰ ਕਿਹਾ ਕਿ ਅਖਬਾਰ ਕਿਉਂ ਨਹੀਂ ਆਈ, ਤੁਸੀਂ ਗੇਟ ਖੜਕਾ ਕੇ ਪਤਾ ਕਰੋ। ਔਰ ਇਸੇ ਦੌਰਾਨ ਹੀ ਗੇਟ ਜਿਹੜਾ ਖੜਕ ਜਾਂਦਾ ਹੈਗਾ ਵਾ। ਔਰ ਕੁਝ ਲੇਡੀਜ਼ ਜਿਹੜੀਆਂ ਨੇ ਉੱਥੇ ਬੈਠੀਆਂ ਮੈਨੂੰ ਮਜ਼ਾਕ ਕਰਦੀਆਂ ਨੇ, ਲੈ ਤੂੰ ਕਿਹਾ ਸੀ ਗੇਟ ਖੜਕਾ, ਤੇ ਉਸੇ ਟਾਈਮ ਹੀ ਗੇਟ ਖੜਕ ਗਿਆ ਹੈਗਾ। ਔਰ ਹੌਲਦਾਰ ਨੇ ਅੰਦਰ ਆਉਂਦਿਆਂ ਸਾਰ ਹੀ ਮੈਨੂੰ ਕੁਐਸਚਨ ਪੁੱਟ ਕੀਤਾ ਹੈਗਾ ਕਿ ਤੇਰੀ ਮੁਲਾਕਾਤ ਹੈਗੀ ਆ। ਔਰ ਮੈਂ ਇੱਕਦਮ ਹੈਰਾਨ ਹੋ ਗਈ ਕਿ ਮੇਰੀ ਤਾਂ ਕੱਲ ਤਰੀਕ ਪੇਸ਼ੀ ਹੈਗੀ ਆ। ਸਿਸਟਮ ਇਹ ਸੀ ਕਿ ਜਦੋਂ ਤਰੀਕ ਪੇਸ਼ੀ ਹੁੰਦੀ ਸੀ ਤੇ ਫਿਰ ਘਰ ਦੇ ਮੁਲਾਕਾਤ ਨਹੀਂ ਸੀ ਕਰਦੇ ਹੈਗੇ, ਤਰੀਕ ਪੇਸ਼ੀ ਤੇ ਹੀ ਮਿਲਦੇ ਹੁੰਦੇ ਸੀਗੇ। ਤੇ ਮੈਂ ਕਿਹਾ ਮੇਰੀ ਤਾਂ ਕੱਲ ਤਰੀਕ ਪੇਸ਼ੀ, ਅੱਜ ਕੌਣ ਆ ਗਿਆ ਮੇਰੀ ਮੁਲਾਕਾਤ ਕਰਨ। ਇਸੇ ਤਰ੍ਹਾਂ ਕਰਦਿਆਂ ਮੈਂ ਗੇਟ ਤੋਂ ਬਾਹਰ ਚਲੇ ਗਈ ਮੁਲਾਕਾਤ ਕਰਨ। ਜਦੋਂ ਮੈਂ ਮੁਲਾਕਾਤ ਵਾਲੀ ਥਾਂ ਤੇ ਪਹੁੰਚਦੀ ਹਾਂ ਤੇ ਮੈਂ ਜਾਂਦਿਆਂ ਸਾਰ ਜਿਹੜੇ ਇੰਚਾਰਜ ਹੈਗੇ, ਜਿਹੜੇ ਅਖਬਾਰਾਂ ਵੰਡਦੇ ਸੀ ਅਸਿਸਟੈਂਟ, ਉਹਨਾਂ ਨੇ ਮੈਂ ਕਿਹਾ ਕਿ ਸਰ ਅੱਜ ਅਖਬਾਰ ਕਿਉਂ ਨਹੀਂ ਆਈ ਹੈਗੀ। ਔਰ ਉਹ ਇੱਕਦਮ ਹੀ ਮੇਰੇ ਫੇਸ ਵੱਲ ਦੇਖਣ ਲੱਗ ਗਏ। ਉਹਨਾਂ ਨੂੰ ਪਤਾ ਸੀ ਕਾਰਨ ਕੀ ਹੈਗਾ ਅੱਜ ਅਖਬਾਰ ਜੇਲ੍ਹ ਵਿੱਚ ਨਾ ਦੇਣ ਦਾ। ਔਰ ਇੱਕਦਮ ਉਹ ਬਖਲਾ ਜੇ ਗਏ ਤੇ ਮੈਨੂੰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਕਹਿੰਦੇ ਪਿੱਛੋਂ ਹੀ ਨਹੀਂ ਅੱਜ ਅਖਬਾਰ ਆਈ। ਉਹਨੇ ਟਾਈਮ ਤੱਕ ਜਦੋਂ ਮੈਂ ਮੁਲਾਕਾਤ ਵਾਲੀ ਥਾਂ ਤੇ ਪਹੁੰਚੀ ਹਾਂ ਤੇ ਮੇਰੇ ਮਦਰ ਇਨ ਲਾ ਤੇ ਮੇਰੀ ਛੋਟੀ ਸਿਸਟਰ ਉਹ ਬਹੁਤ ਜ਼ਿਆਦਾ ਵਿਰਲਾਪ ਕਰ ਰਹੇ ਆ, ਉਹਨਾਂ ਦੀ ਅੱਖਾਂ ਵਿੱਚ ਹੰਝੂ ਨੇ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਿੰਘ ਸਾਹਿਬ ਦੀ ਸ਼ਹੀਦੀ ਦੀ ਉਹਨਾਂ ਨੇ ਮੈਨੂੰ ਖਬਰ ਦੱਸੀ ਹੈਗੀ ਆ ਕਿ ਇਸ ਤਰ੍ਹਾਂ ਉਹ ਸ਼ਹੀਦ ਹੋ ਚੁੱਕੇ ਨੇਗੇ। ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਮੇਰੀ ਸਿਸਟਰ ਨੇ ਦੱਸਿਆ ਕਿ ਨਹੀਂ, ਉਹਨਾਂ ਦੀ ਫੋਟੋ ਵੀ ਜਿਹੜੀ ਅਖਬਾਰ ਤੇ ਆ ਚੁੱਕੀ ਹੈ ਤੇ ਉਹ ਸ਼ਹੀਦ ਹੋ ਚੁੱਕੇ ਨੇਗੇ। ਮੈਂ ਉਸ ਟਾਈਮ ਬਹੁਤ ਹੌਸਲੇ ਤੋਂ ਕੰਮ ਲਿਆ ਔਰ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਜੋ ਹੋਣਾ ਸੀ ਹੋ ਗਿਆ ਹੈਗਾ। ਇਸ ਟਾਈਮ ਬਹੁਤ ਸਿੰਘ ਸ਼ਹੀਦੀਆਂ ਪਾ ਰਹੇ ਨੇ ਵੀ ਤੁਸੀਂ ਘਬਰਾਓ ਨਾ। ਜ਼ਿੰਦਗੀ ਦੇ ਹਮਸਫਰ ਦਾ ਤੁਰ ਜਾਣਾ ਕਿਸੇ ਵੀ ਔਰਤ ਦੀ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਘਾਟਾ ਹੁੰਦਾ ਹੈਗਾ। ਇੱਕ ਸਿੱਖੀ ਸਪਿਰਿਟ ਵਜੋਂ, ਇੱਕ ਦਲੇਰ ਸਿੰਘਣੀ ਵਜੋਂ ਤੁਸੀਂ ਇਸ ਨੂੰ ਕਿਵੇਂ ਲਿਆ? ਇਹ ਬਹੁਤ ਦੁੱਖ ਦੀ ਘੜੀ ਸੀਗੀ ਮੇਰੇ ਉੱਪਰ। ਅਗਲੇ ਦਿਨ ਹੀ ਮੈਨੂੰ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਰਿਮਾਂਡ ਤੇ ਲੈ ਲਿਆ ਸੀਗਾ। ਅਗਲੇ ਦਿਨ ਪੁਲਿਸ ਰਿਮਾਂਡ ਤੇ ਮੈਨੂੰ CI ਸਟਾਫ ਪਟਿਆਲੇ ਲੈ ਗਈ ਸੀਗੀ। ਔਰ ਉੱਥੇ ਅਫਸਰਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਲ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਬਹੁਤ ਕੁਛ ਜਿਹੜਾ ਹੈਗਾ ਉਸ ਹਰਾਸਮੈਂਟ ਦੇ ਵਿੱਚੋਂ ਮੈਨੂੰ ਗੁਜ਼ਰਨਾ ਪੈ ਰਿਹਾ ਸੀ। ਪਰ ਮੈਨੂੰ ਇੱਕ ਹੀ ਅਕਾਲ ਪੁਰਖ ਦੀ ਓਟ ਸੀਗੀ। ਮੈਨੂੰ ਪਤਾ ਸੀਗਾ ਇਹ ਦਿਨ ਇੱਕ ਨਾ ਇੱਕ ਦਿਨ ਮੇਰੀ ਜ਼ਿੰਦਗੀ ਵਿੱਚ ਆਉਣਾ ਹੀ ਆ। ਪਰ ਇਹ ਦਿਨ ਸੋਚਣ ਦੇ ਨਾਲ ਹੀ ਮੈਂ ਇਹ ਵੀ ਆਪਣੀ ਸ਼ਹੀਦੀ ਬਾਰੇ ਵੀ ਨਾਲ ਹੀ ਸੋਚਦੀ ਹੁੰਦੀ ਸੀ ਕਿ ਮੈਂ ਵੀ ਇੱਕ ਜੁਝਾਰੂ ਹੈਗੀ ਆ। ਸ਼ਾਇਦ ਸਿੰਘ ਸਾਹਿਬ ਤੋਂ ਪਹਿਲਾਂ ਮੈਂ ਹੀ ਸ਼ਹੀਦ ਹੋ ਜਾਵਾਂ। ਉਹਨਾਂ ਤੋਂ ਬਿਨਾਂ ਤੇ ਮੈਂ ਜ਼ਿੰਦਗੀ ਦੀ ਕਦੀ ਕਿਆਸ ਹੀ ਨਹੀਂ ਕੀਤੀ ਸੀਗੀ, ਹਮੇਸ਼ਾ ਸ਼ਹੀਦੀ ਦੇ ਬਾਰੇ ਹੀ ਸੋਚਿਆ ਸੀਗਾ। ਉਸ ਟਾਈਮ ਮੈਂ CA ਸਟਾਫ ਸੀਗੀ, ਪਰਮਾਤਮਾ ਦਾ ਹੀ ਆਸਰਾ ਸੀਗਾ। ਬਹੁਤ ਸਾਰੇ ਅਫਸਰ ਸੀਗੇ ਜਿਹੜੇ ਮੇਰੀ ਪੁੱਛਗਿੱਛ ਕਰਨ ਆਉਂਦੇ ਸੀ। ਬਹੁਤ ਸਾਰੇ ਜਿਹੜੇ ਅਫਸਰ ਸੀਗੇ ਉਹ ਸਿਰਫ ਦੇਖਣ ਹੀ ਆਉਂਦੇ ਸੀਗੇ। ਪਰ ਉਸ ਟਾਈਮ ਜਿਹੜੇ ਵੀ ਪੁਲਿਸ ਅਫਸਰਾਂ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਬਹੁਤ ਜਾਬਤਾ ਰੱਖ ਕੇ, ਬਹੁਤ ਦਲੇਰੀ ਦੇ ਨਾਲ ਜਿਹੜੀ ਸੀ ਮੈਂ ਪੁਲਿਸ ਅਫਸਰਾਂ ਦੇ ਸਾਹਮਣੇ ਜਾਂਦੀ ਸੀਗੀ। ਜੀ, ਸਮੇਂ ਦੀ ਹਕੂਮਤ ਚਾਹੇ ਕੋਈ ਵੀ ਹੋਵੇ, ਇਹੋ ਜਿਹੇ ਕੌਮੀ ਪਰਵਾਨੇ ਉਹਨਾਂ ਦੀ ਨਜ਼ਰਾਂ ਦੇ ਵਿੱਚ ਹਮੇਸ਼ਾ ਖਾੜਕੂ ਹੁੰਦੇ ਆ, ਅੱਤਵਾਦੀ ਹੁੰਦੇ ਆ, ਆਤੰਕਵਾਦੀ ਹੁੰਦੇ ਹੈਗੇ ਆ। ਪਰ ਸਿੱਖ ਕੌਮ ਦੇ ਲਈ ਇੱਕ ਬਹੁਤ ਵੱਡੀ ਇਹ ਗੱਲ ਹੈਗੀ ਆ ਕਿ ਤੁਸੀਂ ਇੱਕ ਉਸ ਮਹਾਨ ਜਿਹੜੇ ਉਹਨਾਂ ਨੇ ਕੁਰਬਾਨੀ ਕੀਤੀ ਆ, ਸਿੰਘ ਸਾਹਿਬ ਭਾਈ ਧਰਮ ਸਿੰਘ ਹੋਰਾਂ ਦੇ, ਉਹਨਾਂ ਦੇ ਹਮਸਫਰ ਤੁਸੀਂ ਰਹੇ ਹੋ। ਅਤੇ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਸੀਗੀ ਉਹ ਫਿਰ ਕਿਸ ਤਰੀਕੇ ਦੇ ਪੜਾਅ 'ਚੋਂ ਲੰਘੀ? ਔਰ ਅਸੀਂ ਗੱਲ ਟਰੱਸਟ ਤੱਕ ਦੀ ਕਰਾਂਗੇ। ਔਰ ਫਿਰ ਉਸ ਤੋਂ ਬਾਅਦ ਤੁਸੀਂ ਟਰੱਸਟ ਜਿਹੜਾ ਉਹਨਾਂ ਦੀ ਯਾਦ ਵਿੱਚ ਬਣਾਇਆ, ਇਹ ਕਿਵੇਂ ਹੋਂਦ ਵਿੱਚ ਆਇਆ? ਉਹਨਾਂ ਦੀ ਸ਼ਹੀਦੀ ਤੋਂ ਬਾਅਦ ਮਨ ਜਿਹੜਾ ਬਹੁਤ ਉਦਾਸੀ ਦੇ ਵਿੱਚ ਚਲੇ ਗਿਆ। ਕਦੀ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਤੋਂ ਬਿਨਾਂ ਜ਼ਿੰਦਗੀ ਕੱਟਣੀ ਪਏਗੀ। 1 ਸਾਲ ਤੱਕ ਬਹੁਤ ਮਨ ਉਦਾਸੀ 'ਚ ਰਿਹਾ, ਵਿਰਾਗ ਦੇ ਵਿੱਚ ਹਮੇਸ਼ਾ ਬਾਣੀ ਪੜ੍ਹਨੀ, ਨਿਤਨੇਮ ਜਿਹੜਾ ਸੀਗਾ 5 ਬਾਣੀ ਦਾ ਨਿਤਨੇਮ ਕਈ ਵਾਰੀ ਮੈਂ 2-2 ਘੰਟੇ ਲਾ ਕੇ ਵਿਰਾਗ ਦੇ ਵਿੱਚ ਬਾਣੀ ਪੜ੍ਹਨੀ, ਹਮੇਸ਼ਾ ਮਨ ਵਿਰਾਗ ਵਿੱਚ ਰਹਿੰਦਾ ਸੀਗਾ। ਹੌਲੀ ਹੌਲੀ ਇੱਕ ਦਿਨ ਬੀਤਿਆ ਕਿ ਮੇਰੀ ਤਰੀਕ ਪੇਸ਼ੀ ਸੀਗੀ ਔਰ ਗੇਟ ਦੇ ਉੱਪਰ ਮੇਰੇ ਮਦਰ ਸੀਗੇ, ਨਾਲ ਮੇਰੇ ਪਿੰਡ ਦੀ ਇੱਕ ਲੇਡੀ ਸੀ ਜਿਹਨੇ ਇੱਕ ਬੱਚੀ ਜਿਹੜੀ ਉਹ ਛੋਟੀ ਜਿਹੀ ਬੱਚੀ ਚੱਕੀ ਹੋਈ ਸੀਗੀ, ਉਹ ਮੁਲਾਕਾਤ ਲਿਖਾ ਰਹੇ ਹੈਗੇ ਆ। ਔਰ ਮੈਂ ਗੇਟ ਦੇ ਉੱਤੇ ਬਾਹਰ ਮੈਨੂੰ ਤਰੀਕ ਪੇਸ਼ੀ ਤੇ ਜਿਹੜੀ ਗਾਰਡ ਉਹ ਲੈ ਕੇ ਜਾ ਰਹੀ ਹੈਗੀ ਆ। ਮੈਂ ਆਪਣੇ ਮਦਰ ਨੂੰ ਜਾ ਕੇ ਮਿਲੀ ਔਰ ਜਿਹੜੀ ਉਹ ਛੋਟੀ ਜਿਹੀ ਬੱਚੀ ਜਿਹੜੀ ਉਹ ਲੇਡੀਜ਼ ਨੇ ਚੁੱਕੀ ਹੋਈ ਸੀ, ਮੈਂ ਸੋਚਿਆ ਕਿ ਇਹ ਲੇਡੀਜ਼ ਦੀ ਲੜਕੀ ਹੋਏਗੀ ਔਰ ਉਸ ਲੜਕੀ ਨੂੰ ਮੈਂ ਆਪਣੀ ਗੋਦ ਵਿੱਚ ਉਠਾ ਲਿਆ। ਔਰ ਜਦੋਂ ਮੈਂ ਉਹਨੂੰ ਚੁੱਕਿਆ ਤਾਂ ਉਸਨੇ ਬੁੱਲ ਜੇ ਟੇਰ ਕੇ ਮੇਰੀ ਮਦਰ ਵਾਲੇ ਪਾਸੇ ਨੂੰ ਉਹਨੇ ਬਾਹਾਂ ਲਾਰ ਦਿੱਤੀਆਂ। ਮੇਰੀ ਮਦਰ ਨੇ ਉਹਨੂੰ ਚੁੱਕ ਲਿਆ ਔਰ ਫਿਰ ਇੱਕਦਮ ਮੇਰੇ ਮਨ ਵਿੱਚ ਥੋੜ੍ਹੀ ਟੀਸ ਜੀ ਲੱਗੀ ਕਿ ਇਹ ਤਾਂ ਮੈਨੂੰ ਲੱਗਦਾ ਕਿ ਮੇਰਾ ਬੇਟਾ ਕਵੀ ਹੈ। ਔਰ ਮੇਰੀ ਮਦਰ ਨੇ ਮੈਨੂੰ ਉਸੇ ਟਾਈਮ ਕਿਹਾ ਕਿ ਤੂੰ ਪਹਿਚਾਣਿਆ ਨਹੀਂ ਇਹ ਕੌਣ ਆ? ਮੈਂ ਉਹਨਾਂ ਨੂੰ ਝੂਠ ਹੀ ਕਹਿ ਦਿੱਤਾ ਕਿ ਮੈਂ ਪਹਿਚਾਣ ਲਿਆ ਹੈਗਾ ਵਾ, ਪਰ ਮੈਂ ਉਹਨੂੰ ਪਹਿਚਾਣਿਆ ਨਹੀਂ ਸੀ ਕਿ ਉਹ ਲੜਕੀ ਮੇਰਾ ਬੇਟਾ ਹੈਗਾ, ਜਿੱਦਾਂ ਕਿ ਭੇਸ ਬਦਲ ਕੇ ਮੈਨੂੰ ਪਹਿਲੀ ਵਾਰੀ ਜਿਹੜੀ ਹੈ ਜੇਲ੍ਹ ਦੌਰਾਨ ਜਿਹੜੀ ਪਹਿਲੀ ਵਾਰੀ ਕਰੀਬ ਮੈਨੂੰ ਜੇਲ੍ਹ 'ਚ ਗਈ ਨੂੰ ਸ਼ਾਇਦ 2 ਸਾਲ ਹੋ ਗਏ। ਅੱਛਾ, ਬੱਚੇ ਕਿੰਨੇ ਸੀ ਉਦੋਂ? ਤੁਸੀਂ
ਤੁਹਾਡੇ ਬੱਚੇ? ਮੇਰਾ ਇੱਕ ਹੀ ਬੇਟਾ ਹੈਗਾ। ਅੱਛਾ, ਇੱਕ ਹੀ ਬੇਟਾ ਹਾਂਜੀ। ਸੀਗਾ, ਠੀਕ। ਇਸ ਦੌਰਾਨ ਫਿਰ ਮੈਂ ਆਪਣੇ ਬੇਟੇ ਨੂੰ ਮਿਲੀ। ਹੌਲੀ ਹੌਲੀ ਜਦੋਂ ਮੈਂ ਆਪਣੇ ਬੱਚੇ ਨੂੰ ਮਿਲੀ ਤੇ ਹੌਲੀ ਹੌਲੀ ਮਨ ਵਿੱਚ ਉਹ ਜਿਹੜੇ ਸ਼ਹੀਦ ਸਿੰਘ ਹੋਏ ਆ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਵੀ ਮਨ ਵਿੱਚ ਖਿਆਲ ਆਉਣਾ ਸ਼ੁਰੂ ਹੋ ਗਿਆ ਕਿ ਜਿਹੜੇ ਸਿੰਘ ਸ਼ਹੀਦ ਹੋ ਗਏ ਆ ਉਹਨਾਂ ਦੇ ਬੱਚੇ ਇਸ ਟਾਈਮ ਕੀ ਕਰਦੇ ਹੋਣਗੇ, ਸਾਰਿਆਂ ਦੀ ਪੜ੍ਹਾਈ ਦੀ ਏਜ ਹੋ ਗਈ ਹੋਏਗੀ, ਆਹ ਸਿੰਘ ਵਿਆਹਿਆ ਸੀ ਉਹਦੇ ਬੱਚੇ ਪੜ੍ਹਦੇ ਹੋਣਗੇ, ਹੋਰ ਵੀ ਜਿਹੜੇ ਸਿੰਘ ਸੀ ਸਾਡੇ ਨਾਲ ਜਿਹੜੇ ਵਿਚਰਦੇ ਸੀਗੇ ਉਹਨਾਂ ਬਾਰੇ ਖਿਆਲ ਆਉਣਾ ਸ਼ੁਰੂ ਹੋ ਗਿਆ। ਔਰ ਇਸੇ ਸਮੇਂ ਦੌਰਾਨ ਹੌਲੀ ਹੌਲੀ ਮੈਂ ਇੱਕ ਦਿਮਾਗ ਦੇ ਵਿੱਚ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੈਂ ਉਹਨਾਂ ਆਪਣੇ ਬੱਚੇ ਲਈ ਨਹੀਂ, ਮੈਂ ਸਾਰੇ ਹੀ ਉਹਨਾਂ ਬੱਚਿਆਂ ਸ਼ਹੀਦਾਂ ਦੇ ਬੱਚਿਆਂ ਦੇ ਲਈ ਜ਼ਿੰਦਗੀ ਜੀਣੀ ਹੈਗੀ। ਉਹਨਾਂ ਬੱਚਿਆਂ ਦੀ ਪੜ੍ਹਾਈ ਲਿਖਾਈ, ਉਹਨਾਂ ਬੱਚਿਆਂ ਦਾ ਜੋ ਵੀ ਜਿਸ ਤਰ੍ਹਾਂ ਵੀ ਹੋ ਸਕਿਆ ਉਸ ਦਾ ਇੰਤਜ਼ਾਮ ਕਰਨਾ ਹੈਗਾ। ਉਹ ਬੱਚੇ ਅਨਪੜ੍ਹ ਨਹੀਂ ਰਹਿਣ ਦੇਣੇ ਹੈਗੇ। ਉਹਨਾਂ ਪਰਿਵਾਰਾਂ ਲਈ, ਉਹਨਾਂ ਬੱਚਿਆਂ ਦੇ ਲਈ ਕੁਛ ਨਾ ਕੁਛ ਕਰਨੀ ਆ। ਅਤੇ ਇਸੇ ਦੌਰਾਨ ਜੇਲ੍ਹ ਵਿੱਚ ਹੀ ਮੈਂ ਇਹ ਫੈਸਲਾ ਲਿਆ ਸੀਗਾ ਕਿ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਸੰਭਾਲਣਾ ਹੈਗਾ ਵਾ। ਸਨ 2000 ਤੋਂ ਪਹਿਲਾਂ ਹੀ ਇਹ ਮਾਹੌਲ ਸੀਗਾ ਕਿ ਉਸ ਤੋਂ ਬਾਅਦ ਵੀ ਤੁਹਾਨੂੰ ਇਹਦੇ ਵਿੱਚੋਂ ਲੰਘਣਾ ਪਿਆ? ਸਨ 2000 ਦੇ ਵਿੱਚ ਤੇ ਹੌਲੀ ਹੌਲੀ ਫਿਰ ਮਾਹੌਲ ਜਿਹੜਾ ਉਹ ਥੋੜਾ ਚੇਂਜ ਹੋਣਾ ਸ਼ੁਰੂ ਹੋ ਗਿਆ। ਜੀ ਜੀ। ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਹੀਂ, ਇਹ ਸੀਰੀਅਸਲੀ ਬੱਚਿਆਂ ਨੂੰ ਪੜ੍ਹਾਉਣਾ ਹੀ ਹੈਗਾ, ਇਹਨਾਂ ਨੇ ਹੋਰ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ। ਕਈ ਵਾਰੀ ਕੋਈ ਹਿੰਦੂ ਮੀਡੀਆ ਦੇ ਲੋਕ ਆ ਜਾਂਦੇ ਤਾਂ ਉਹ ਇਸ ਚੀਜ਼ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ। ਜੇ ਬੱਚੇ ਗੱਤਕਾ ਖੇਡ ਰਹੇ ਆ ਤਾਂ ਦੇਖ ਕੇ ਉਹ ਇਸ ਨੂੰ ਹਾਈਲਾਈਟ ਕਰਦੇ, ਜੀ ਇੱਥੇ ਕੋਈ ਸਿਖਲਾਈ ਦਿੱਤੀ ਜਾ ਰਹੀ ਹੈ, ਇੱਥੇ ਇਹ ਕੀਤਾ ਜਾ ਰਿਹਾ ਹੈਗਾ ਵਾ। ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾਂਦਾ। ਪਰ ਸਨ 2000 ਤੱਕ ਤੇ ਪੂਰੀ ਤਸਵੀਰ ਲੋਕਾਂ ਦੇ ਸਾਹਮਣੇ ਆ ਚੁੱਕੀ ਸੀ ਕਿ ਸਿਰਫ ਇਸ ਸੰਸਥਾ ਦਾ ਮਕਸਦ ਜਿਹੜਾ ਹੈਗਾ ਸਿਰਫ ਤੇ ਸਿਰਫ ਬੱਚਿਆਂ ਦੀ ਪੜ੍ਹਾਈ ਲਿਖਾਈ ਹੈਗਾ, ਹੋਰ ਕੋਈ ਮਕਸਦ ਨਹੀਂ ਹੈ। ਟਰੱਸਟ ਵੱਲੋਂ ਬੱਚਿਆਂ ਦੇ ਰਹਿਣ ਵਾਸਤੇ ਜਿਹੜਾ ਉਹ ਹੋਸਟਲ ਹੈਗਾ ਔਰ ਜਿਹੜੀ ਸਕੂਲੀ ਸਿੱਖਿਆ ਆਪਾਂ ਉਹਨਾਂ ਬੱਚਿਆਂ ਨੂੰ ਦੇ ਰਹੇ ਹੈਗੀਆਂ, ਉਹ ਟਰੱਸਟ ਵੱਲੋਂ ਹੀ ਕੋਈ ਸਕੂਲ ਖੋਲ੍ਹਿਆ ਗਿਆ ਜਾਂ ਕਿ ਵੱਖ-ਵੱਖ ਸਕੂਲਾਂ ਦੇ ਵਿੱਚ ਟਰੱਸਟ ਮਦਦ ਕਰ ਰਿਹਾ ਹੈਗਾ? ਨਹੀਂ, ਟਰੱਸਟ ਦਾ ਹਜੇ ਆਪਣਾ ਸਕੂਲ ਕੋਈ ਨਹੀਂ ਹੈਗਾ ਜਿਸ ਦੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਫਿਲਹਾਲ ਜਿਹੜੇ ਬੱਚੇ ਹੈਗੇ ਆ ਅਲੱਗ-ਅਲੱਗ ਸਕੂਲਾਂ ਕਾਲਜਾਂ ਵਿੱਚ ਰਹਿ ਕੇ ਪੜ੍ਹ ਰਹੇ ਹੈਗੇ ਆ। ਰਹਿੰਦੇ ਇੱਥੇ ਹੈਗੇ ਲੇਕਿਨ ਅਲੱਗ-ਅਲੱਗ ਸਕੂਲਾਂ ਕਾਲਜਾਂ ਵਿੱਚ ਜਾਂਦੇ ਹੈਗੇ ਆ। ਕੁਝ ਬੱਚਿਆਂ ਨੂੰ ਹੋਸਟਲਾਂ ਵਿੱਚ ਰੱਖ ਕੇ ਵੀ ਪੜ੍ਹਾਇਆ ਗਿਆ ਹੈਗਾ। ਜਿਵੇਂ ਬੱਚਿਆਂ ਨੇ ਨਰਸਿੰਗ ਕਰਨੀ ਹੁੰਦੀ ਹੈ, ਕਿਸੇ ਬੱਚੇ ਨੂੰ ਕਿਸੇ ਜਗ੍ਹਾ ਬੰਗੇ ਸੀਟ ਮਿਲ ਜਾਂਦੀ ਹੈ, ਕਿਸੇ ਨੂੰ ਲੁਧਿਆਣੇ ਮਿਲ ਜਾਂਦੀ ਹੈ, ਕਿਸੇ ਨੂੰ ਜਗਰਾਓਂ, ਇਸ ਤਰ੍ਹਾਂ ਅਲੱਗ-ਅਲੱਗ ਥਾਵਾਂ 'ਤੇ ਜਿਸ ਤਰੀਕੇ ਦੇ ਨਾਲ ਵੀ ਬੱਚਿਆਂ ਨੂੰ ਸੀਟਾਂ ਮਿਲਦੀਆਂ ਸੀਗੀਆਂ ਉੱਥੇ ਹੋਸਟਲਾਂ ਵਿੱਚ ਰੱਖ ਕੇ ਹੀ ਉਹਨਾਂ ਬੱਚਿਆਂ ਨੂੰ ਜਿਹੜਾ ਪੜ੍ਹਾਇਆ ਜਾਂਦਾ ਹੈਗਾ। ਇਸ ਟਾਈਮ ਵੀ ਕੁਝ ਬੱਚੀਆਂ ਜਿਹੜੀਆਂ ਨੇਗੀਆਂ, ਜਿਵੇਂ ਕਿ ਇੱਕ ਸਾਡੀ ਬੱਚੀ ਜਲੰਧਰ MBBS ਕਰ ਰਹੀ ਹੈਗੀ ਪਿਮਸ ਦੇ ਵਿੱਚ, ਉਹ ਉੱਥੇ ਹੋਸਟਲ ਵਿੱਚ ਰਹਿ ਕੇ ਹੀ ਉਹ ਪੜ੍ਹ ਰਹੀ ਹੈਗੀ। ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਵੀ ਬੱਚੇ ਦੀ ਐਜੂਕੇਸ਼ਨ ਦੀ ਸੈਟਿੰਗ ਆਉਂਦੀ ਹੈਗੀ, ਕੁਝ ਬੱਚਿਆਂ ਨੂੰ ਘਰਾਂ 'ਚ ਵੀ ਅਸੀਂ ਖਰਚਾ ਦਿੰਦੇ ਹੈਗੇ ਹਾਂ। ਜਿੱਥੇ ਬੱਚੇ ਦੀ ਐਡਜਸਟਮੈਂਟ ਹੁੰਦੀ ਹੈ ਉਸੇ ਤਰੀਕੇ ਨਾਲ ਹੀ ਬੱਚੇ ਨੂੰ ਪੜ੍ਹਾਇਆ ਜਾਂਦਾ ਹੈਗਾ। ਜੀ ਭੈਣ ਜੀ, ਜਿਵੇਂ ਕਿ ਭਰੂਣ ਹੱਤਿਆ ਬਾਰੇ ਬਹੁਤ ਜ਼ਿਆਦਾ ਪੰਜਾਬ ਜਿਹੜਾ ਹੈਗਾ ਕੁੱਖ 'ਚ ਧੀਆਂ ਕਤਲ ਕਰਾਉਣ ਦੇ ਮਾਮਲੇ ਵਿੱਚ ਬੜੀ ਵਾਰੀ ਅਸੀਂ ਸੁਣ ਚੁੱਕੇ ਹੈਗੇ ਹਾਂ। ਅੱਗੇ ਹੈਗਾ ਅੱਜ ਵੀ ਚੋਰੀ ਛੁਪੇ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਹੈਗੇ ਹਾਂ ਕਿ ਧੀਆਂ ਜਿਹੜੀਆਂ ਹੈਗੀਆਂ ਉਹ ਚੋਰੀ ਛਿਪੇ ਜਿਹੜਾ ਹੈਗਾ ਉਹਨਾਂ ਦਾ ਕਤਲ ਜਿਹੜਾ ਕਰਵਾਇਆ ਜਾ ਰਿਹਾ ਹੈਗਾ। ਸੰਸਥਾ ਵੱਲੋਂ ਤੁਸੀਂ ਆਪ ਜਾ ਕੇ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਹੋ ਜਾਂ ਇਸ ਤਰ੍ਹਾਂ ਦੀਆਂ ਬੱਚੀਆਂ ਨੂੰ ਅਡੋਪਟ ਵੀ ਕੀਤਾ ਹੈਗਾ, ਜਾਂ ਕਿ ਇਸ ਬਾਰੇ ਤੁਸੀਂ ਦੱਸੋ ਕਿ ਕਈ ਵਾਰੀ ਬੱਚੀਆਂ ਜਿਵੇਂ ਕਿ ਪੰਗੂੜੇ 'ਚ ਪਾ ਦਿੱਤੀਆਂ ਜਾਂਦੀਆਂ ਹੈਗਾ, ਜਾਂ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਉਹ ਬੱਚੀਆਂ ਤੁਸੀਂ ਅਡੋਪਟ ਕੀਤੀਆਂ ਹੋਣ? ਮੈਂ ਕਾਫੀ ਬੱਚੀਆਂ ਜਿਹੜੀਆਂ ਨੇਗੀਆਂ ਭਰੂਣ ਹੱਤਿਆ ਤੋਂ ਬਚਾਈਆਂ ਹੋਈਆਂ ਜਿਹੜੀਆਂ ਬੱਚੀਆਂ ਨੇ ਅਡੋਪਟ ਕੀਤੀਆਂ ਹੋਈਆਂ ਨੇਗੀਆਂ। ਸਮਾਜ ਵਿੱਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਹੈਗੇ ਆ। ਸਭ ਤੋਂ ਜਿਹੜੀ ਪਹਿਲੀ ਬੱਚੀ ਮੈਂ ਕਰੀਬ 8 ਸਾਲ ਪਹਿਲਾਂ ਜਿਹੜੀ ਬਚਾਈ ਸੀਗੀ, ਉਸ ਜੋੜੇ ਦੀ ਪ੍ਰੋਬਲਮ ਇਹ ਸੀ ਕਿ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਬੱਚੇ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ ਸੀਗੇ। ਐਕਚੁਅਲੀ ਉਹਨਾਂ ਦੀ ਕੋਈ ਲਵ ਮੈਰਿਜ ਸੀਗੀ ਔਰ ਜਿਹੜੀ ਲੜਕੇ ਦੀ ਦਾਦੀ ਸੀ ਉਹ ਚਾਹੁੰਦੀ ਸੀ ਕਿ ਬੱਚਾ ਪੈਦਾ ਹੀ ਨਾ ਹੋਵੇ ਅਤੇ ਅਸੀਂ ਉਹਨਾਂ ਦਾ ਛੱਡ ਛਡਾ ਕਰਕੇ ਅਤੇ ਆਪਣੇ ਮੁੰਡੇ ਦਾ ਅਲੱਗ ਹੋਰ ਕਿਤੇ ਉਹ ਮੈਰਿਜ ਉਹਦੀ ਕਰਨੀ ਚਾਹੁੰਦੇ ਸੀਗੇ। ਔਰ ਇਸ ਤਰੀਕੇ ਨਾਲ ਉਹਨਾਂ ਦੇ ਨਾਲ 2-4 ਵਾਰੀ ਉਹ ਹੋ ਚੁੱਕਿਆ ਸੀ ਕਿ ਉਹ ਬੱਚੇ ਨੂੰ ਨਹੀਂ ਸੀ ਸਿਰੇ ਲੱਗਣ ਦਿੰਦੇ। ਇਸ ਦੌਰਾਨ ਉਹ ਜੋੜਾ ਜਿਹੜਾ ਮੇਰੇ ਕੋਲ ਆਇਆ ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਇਸ ਤਰੀਕੇ ਦੇ ਨਾਲ ਸਾਡੀ ਆਹ ਸਮੱਸਿਆ ਹੈਗੀ ਆ ਔਰ ਸਾਨੂੰ ਇੱਥੇ ਕੁਝ ਟਾਈਮ ਰਹਿਣ ਦਾ ਜਿਹੜੇ ਹੈਗੀ ਉਹ ਜਗ੍ਹਾ ਦਿੱਤੀ ਜਾਵੇ। ਔਰ ਫਿਰ ਉਹਨਾਂ ਨੂੰ ਮੈਂ ਇੱਥੇ ਰਹਿਣ ਲਈ ਜਗ੍ਹਾ ਦਿੱਤੀ ਔਰ ਉਹਨਾਂ ਦੇ ਇੱਕ ਬੱਚੀ ਪੈਦਾ ਹੋਈ ਔਰ ਉਹ ਫਿਰ ਬੱਚੀ 2-3 ਮਹੀਨੇ ਦੀ ਕਰਕੇ ਉਹ ਜਦੋਂ ਆਪਣੇ ਘਰੇ ਗਏ, ਇਸ ਟਾਈਮ ਉਹਦੀ ਦਾਦੀ ਵੀ ਉਸ ਬੱਚੀ ਨੂੰ ਬਹੁਤ ਪਿਆਰ ਕਰਦੀ ਹੈਗੀ ਆ। ਹੁਣ ਸਾਰੇ ਖੁਸ਼ ਨੇਗੇ ਪਰ ਉਹ ਬੱਚੀ ਦੀ ਜਾਨ ਬਚ ਗਈ। ਇਸ ਦੌਰਾਨ ਕਈ ਬੱਚਿਆਂ ਦੀ ਜਾਨਾਂ ਮੈਂ ਬਚਾਈਆਂ ਨੇ, ਜਿਵੇਂ ਘਰਾਂ ਦੇ ਵਿੱਚ ਹੀ ਰਹਿੰਦੇ ਸੀਗੇ, ਕਿਸੇ ਨੇ ਕਹਿਣਾ ਕਿ ਆਹ ਚੀਜ਼ ਹੈਗੀ ਆ ਅਸੀਂ ਅਬੋਰਸ਼ਨ ਕਰਵਾ ਦੇਣਾ। ਮੈਂ ਉਹਨਾਂ ਨੂੰ ਸਮਝਾਉਣਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਆਪਣੇ ਬੱਚਿਆਂ ਨੂੰ ਆਪਣੀ ਬੱਚੀ ਨੂੰ ਕੁੱਖ ਵਿੱਚ ਕਤਲ ਨਾ ਕਰੋ, ਜੇ ਤੁਸੀਂ ਬੱਚੀ ਨਹੀਂ ਚਾਹੁੰਦੇ ਤਾਂ ਤੁਸੀਂ ਮੈਨੂੰ ਦੇ ਦੇਣਾ। ਪਰ ਜ਼ਿਆਦਾਤਰ ਪਰਿਵਾਰ ਜਿਹੜੇ ਸੀਗੇ ਉਹ ਰੈਡੀ ਹੋ ਜਾਂਦੇ ਸੀ, ਬੱਚੀ ਦੀ ਜਨਮ ਤੋਂ ਬਾਅਦ ਉਹ ਬੱਚੀ ਨੂੰ ਅਪਣਾ ਲੈਂਦੇ ਸੀ। ਪਰ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈਗਾ ਇਹ ਬਹੁਤ ਹੀ ਦਿਨ ਪ੍ਰਤੀ ਦਿਨ ਬਹੁਤ ਹੀ
ਖਤਰਨਾਕ ਸਮਾਂ ਚੱਲ ਰਿਹਾ ਹੈਗਾ। ਅੱਜ ਕਈ ਬੱਚੀਆਂ ਮੇਰੇ ਕੋਲ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਪਰਿਵਾਰਾਂ ਨੂੰ ਮੈਂ ਕਿਹਾ ਕਿ ਤੁਸੀਂ ਬੱਚੀ ਨੂੰ ਪੈਦਾ ਤਾਂ ਕਰੋ, ਇਹਨੂੰ ਮੈਂ ਅਪਣਾ ਲਵਾਂਗੀ, ਪਰ ਜਦੋਂ ਬੱਚੀ ਦਾ ਜਨਮ ਹੁੰਦਾ ਹੈਗਾ ਔਰ ਪਰਿਵਾਰ ਉਹਦੇ ਬੱਚੇ ਦੀ ਮਦਰ ਇੱਥੋਂ ਤੱਕ ਕਹਿ ਦਿੰਦੀ ਹੈ ਕਿ ਮੈਂ ਹੁਣ ਇਸ ਬੱਚੀ ਦੀ ਸ਼ਕਲ ਤੱਕ ਨਹੀਂ ਦੇਖਣੀ ਹੈਗੀ, ਇਸ ਨੂੰ ਤੁਸੀਂ ਲੈ ਜਾਓ, ਇਹਨੂੰ ਤੁਹਾਡੇ ਕਹੇ 'ਤੇ ਹੀ ਪੈਦਾ ਕੀਤਾ ਹੈਗਾ। ਬਹੁਤ ਕੁਛ ਇਸ ਤਰ੍ਹਾਂ ਦਾ ਹੈਗਾ। ਇੱਕ ਛੋਟੀ ਜਿਹੀ 2 ਦਿਨ ਦੀ ਬੱਚੀ ਮੇਰੇ ਕੋਲ ਆਉਂਦੀ ਹੈਗੀ ਆ, ਹਸਪੀਟਲ ਦੀ ਨਰਸ ਮੇਰੇ ਕੋਲ ਛੱਡ ਕੇ ਜਾਂਦੀ ਆ, ਜਿਸ ਦੇ ਪੈਦਾ ਹੋਣ ਤੋਂ ਬਾਅਦ ਉਹਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਤਾਂ ਲੜਕਾ ਚਾਹੀਦਾ ਸੀ, ਇਹ ਲੜਕੀ ਆ, ਜਿਸ ਨੇ ਵੀ ਲੈਣੀ ਇਹਨੂੰ ਲੈ ਸਕਦੇ ਹੈਗੇ ਆ। ਔਰ ਜਦੋਂ ਨਹੀਂ ਕਿਸੇ ਨੇ ਲਿਆ ਤੇ ਮਾਤਾ ਪਿਤਾ ਸਲਾਹ ਕਰਦੇ ਆ ਕਿ ਇਸ ਦਾ ਗਲਾ ਘੁੱਟ ਕੇ ਇਹਨੂੰ ਗੰਦੇ ਨਾਲੇ ਸੁੱਟ ਦਿੰਨੇ ਹੈਗੇ ਆ। ਔਰ ਨਰਸ ਨੇ ਮੈਨੂੰ ਜਦੋਂ ਫ਼ੋਨ ਕੀਤਾ ਰਾਤ ਦੇ 11 ਵਜੇ ਔਰ ਉਸ ਬੱਚੀ ਨੂੰ ਮੈਂ ਅਪਣਾਇਆ। ਉਹ ਬੱਚੀ ਹੁਣ ਪੌਣੇ 2 ਸਾਲ ਦੀ ਹੋ ਚੁੱਕੀ ਹੈਗੀ ਆ। ਇਸ ਤਰ੍ਹਾਂ ਦੇ ਕਈ ਕੇਸ ਹੈਗੇ ਆ। ਮੈਂ ਸਮਾਜ ਨੂੰ ਅੱਜ ਵੀ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਕੁੱਖ ਵਿੱਚ ਕਤਲ ਨਾ ਕਰੋ, ਕਮ ਸੇ ਕਮ ਮਾਪੇ ਬਣੋ, ਕਾਤਲ ਨਾ ਬਣੋ, ਬੱਚਿਆਂ ਨੂੰ ਜਨਮ ਦੇਵੋ। ਅਗਰ ਤੁਸੀਂ ਉਹਨਾਂ ਦੀ ਪਰਵਰਿਸ਼ ਨਹੀਂ ਕਰ ਸਕਦੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ। ਹੋਰ ਵੀ ਕਈ ਸੰਸਥਾਵਾਂ ਨੇਗੀਆਂ ਜਿਹੜੀਆਂ ਇਵੇਂ ਦੀਆਂ ਬੱਚਿਆਂ ਨੂੰ ਜਿਹੜੀਆਂ ਅਪਣਾਉਣ ਲਈ ਰੈਡੀ ਨੇ। ਸਮਾਜ ਵਿੱਚ ਕਈ ਲੋਕ ਨੇਗੇ ਜਿਹੜੇ ਇਵੇਂ ਦੀਆਂ ਬੱਚਿਆਂ ਨੂੰ ਅਪਣਾਉਣ ਲਈ ਰੈਡੀ ਨੇ। ਕਮ ਸੇ ਕਮ ਕਤਲ ਨਾ ਕਰੋ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੰਸਥਾ ਨੂੰ ਤੁਸੀਂ ਇਹ ਬੱਚੇ ਜ਼ਰੂਰ ਦੇਵੋ। ਜੀ, ਕਿੱਡੀ ਹੈਰਾਨੀ ਦੀ ਗੱਲ ਹੈਗੀ ਆ ਕਿ ਜਿਸ ਮੁਲਕ ਦੇ ਵਿੱਚ ਕੰਜਕਾਂ ਪੂਜੀਆਂ ਜਾਂਦੀਆਂ ਹੋਣ, ਜਿੱਥੇ ਧੀਆਂ ਦੀਆਂ ਲੋਹੜੀਆਂ ਮਨਾਈਆਂ ਜਾਂਦੀਆਂ ਹੋਣ, ਉਸ ਮੁਲਕ ਦੇ ਸੋਚ ਦੇ ਵਿੱਚ ਉਹ ਹਜੇ ਵੀ ਜਿਹੜੀ ਧੀ ਆ ਉਹ ਇੱਕ ਗੁਨਾਹ ਵਰਗਾ ਰੂਪ ਉਹਨਾਂ ਦੇ ਮਨਾਂ ਵਿੱਚ ਬੈਠਾ ਹੋਇਆ ਕਿ ਸ਼ਾਇਦ ਪੁੱਤ ਜਿਹੜੇ ਹੈਗੇ ਆ ਘਰ ਦੇ ਅੰਸ ਬੰਸ ਨੂੰ ਚਲਾਉਣ ਲਈ ਉਹਨਾਂ ਨੂੰ ਜ਼ਿਆਦਾ ਵਧੀਆ ਲੱਗਦੇ ਹੈਗੇ ਆ, ਧੀ ਅੱਜ ਵੀ ਉਹਨਾਂ ਲਈ ਇੱਕ ਬੋਝ ਲੱਗਦੀ ਹੈਗੀ ਆ। ਅਤੇ ਕਹਿ ਸਕਦੇ ਹੈਗੇ ਆ ਕਿ ਭੈਣ ਸੰਦੀਪ ਜੀ ਵੱਲੋਂ ਜਿਹੜਾ ਇੱਕ ਵੱਡੇ ਪੱਧਰ 'ਤੇ ਉਪਰਾਲਾ ਕੀਤਾ ਜਾ ਰਿਹਾ ਹੈਗਾ ਔਰ ਜਿਹੜੀ ਉਹਨਾਂ ਨੇ ਗੱਲ ਹੁਣੇ ਕੀਤੀ ਹੈ ਕਿ ਕਤਲ ਨਹੀਂ ਹੋਣਾ ਚਾਹੀਦਾ ਹੈਗਾ, ਉਹਨਾਂ ਨੂੰ ਜਨਮ ਦਿਓ, ਉਹਨਾਂ ਨੂੰ ਅਪਣਾਓ, ਕਿਉਂਕਿ ਸਮਾਜ ਦੇ ਮੱਥੇ ਇੱਕ ਬਹੁਤ ਵੱਡਾ ਕਲੰਕ ਹੈ। ਔਰ ਪੰਜਾਬੀਆਂ ਦੇ ਮੱਥੇ ਤਾਂ ਮੈਂ ਇਹ ਕਹੂੰਗਾ ਕਿ ਪੰਜਾਬੀ ਗੁਰ ਇਤਿਹਾਸ ਦੇ ਵਿੱਚ ਵੀ ਸਾਨੂੰ ਜਿਹੜੇ ਹੈਗੇ ਆ ਗੁਰੂ ਸਾਹਿਬਾਂ ਨੇ ਵੀ ਇਹ ਗੱਲ ਕਹੀ ਹੈ ਕਿ ਕੁੜੀ ਮਾਰ ਤੇ ਨੜੀ ਮਾਰਨ ਨਾਲ ਰਿਸ਼ਤਾ ਨਹੀਂ ਰੱਖਣਾ ਗਾ, ਅਤੇ ਅਸੀਂ ਫਿਰ ਵੀ ਕੁੜੀਆਂ ਮਾਰਨ ਦੇ ਮਾਮਲੇ ਵਿੱਚ ਅੱਗੇ ਹਾਂ। ਸੋ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਦੋਂ ਕੰਮ ਕਰਦੀਆਂ ਹੈਗੀਆਂ ਅਤੇ ਉਦੋਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਕਿ ਕਾਸ਼ ਹਾਲੇ ਕੋਈ ਹੈ ਜਿਹੜਾ ਧੀਆਂ ਦੀ ਬਾਂਹ ਫੜਨ ਵਾਲਾ ਹੈਗਾ। ਅਤੇ ਭੈਣ ਜੀ ਹੋਰ ਕੀ ਗਤੀਵਿਧੀਆਂ ਹੈਗੀਆਂ? ਇਸ ਤੋਂ ਇਲਾਵਾ ਇੱਥੇ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਆਨੰਦ ਕਾਰਜ ਕੀਤੇ ਜਾਂਦੇ ਹੈਗੇ ਆ ਬੱਚਿਆਂ ਦੇ। ਇਸ ਤੋਂ ਇਲਾਵਾ ਜਿਹੜੇ ਸ਼ਹੀਦ ਪਰਿਵਾਰ ਹੈ ਉਹਨਾਂ ਦੇ ਮਾਪਿਆਂ ਨੂੰ ਪੈਨਸ਼ਨਾਂ ਲਗਾਈਆਂ ਗਈਆਂ, ਜਿਹੜਾ ਕਿ ਸੇਵਾ ਚੈਰੀਟੇਬਲ ਸੁਸਾਇਟੀ ਟੋਰਾਂਟੋ ਕੈਨੇਡਾ ਦੇ ਸਹਿਯੋਗ ਦੇ ਨਾਲ ਕੋਈ ਵੀ ਸ਼ਹੀਦ ਪਰਿਵਾਰ ਜਿਹੜਾ ਸਾਡੇ ਕੋਲ ਆਉਂਦਾ ਹੈਗਾ ਵਾ, ਕਿਸੇ ਬਜ਼ੁਰਗ ਦਾ ਚੂਲਾ ਟੁੱਟ ਗਿਆ ਹੈ, ਕਿਸੇ ਦੀ ਕੋਈ ਬਿਮਾਰੀ ਹੈਗੀ ਆ, ਕਿਸੇ ਦੇ ਅੱਖਾਂ ਦਾ ਆਪਰੇਸ਼ਨ ਹੈ, ਜਾਂ ਕੋਈ ਵੀ ਉਹਦੀ ਸਮੱਸਿਆ ਹੈਗੀ ਆ, ਜਾਂ ਸ਼ਹੀਦ ਪਰਿਵਾਰ ਦੀ ਬੱਚੀ ਦੇ ਆਨੰਦ ਕਾਰਜ ਹੈਗਾ ਵਾ, ਉਹ ਚਾਹੇ ਘਰੇ ਹੀ ਬੱਚੀ ਰਹਿ ਰਹੀ ਹੈ, ਇਸ ਸੰਸਥਾ ਤੋਂ ਇਲਾਵਾ ਵੀ ਪਰਿਵਾਰ ਦੀ ਜੋ ਵੀ ਅਸੀਂ ਉਹ ਸਾਰੀ ਵੈਰੀਫਿਕੇਸ਼ਨ ਕਰਕੇ ਜੋ ਵੀ ਮੌਕੇ 'ਤੇ ਹੋ ਸਕਦਾ ਹੈਗਾ ਵਾ ਉਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਉਹ ਮਦਦ ਕੀਤੀ ਜਾਂਦੀ। ਜੀ ਜੀ, ਠੀਕ ਹੈ। ਅਤੇ ਮੈਂ ਸੁਣਿਆ ਸੀ ਇੱਕ ਸੰਸਥਾ ਵੱਲੋਂ ਆਪਣਾ ਜਿਹੜਾ ਪੰਜਾਬੀ ਰਸਾਲਾ ਵੀ ਕੱਢਿਆ ਜਾਂਦਾ ਹੈਗਾ, ਉਹਦਾ ਕੀ ਨਾਂ ਹੈ ਅਤੇ ਉਹ ਕਿਸ ਤਰੀਕੇ ਦੀਆਂ ਉਹਦੇ ਵਿੱਚ ਜਿਹੜਾ ਹੈਗਾ ਵਿਚਾਰ ਹੁੰਦੇ ਆ? ਹਾਂਜੀ, ਅਸੀਂ ਇੱਕ ਵੰਗਾਰ ਮੈਗਜ਼ੀਨ ਜਿਹੜਾ ਹੈਗਾ ਵਾ, ਮੰਥਲੀ ਮੈਗਜ਼ੀਨ ਹੈਗਾ ਵਾ, ਜੀ ਜੀ, ਉਹ ਅਸੀਂ ਛਾਪਦੇ ਹੈਗੇ ਹਾਂ, ਜਿਹਦੇ 'ਤੇ ਪੰਥਕ ਜਿਹੜੀਆਂ ਸਰਗਰਮੀਆਂ ਨੇ ਜਾਂ ਪੰਥ ਨੂੰ ਸੇਧ ਦੇਣ ਵਾਲੇ ਜਿਹੜੇ ਹੈਗੇ ਆ ਲੇਖ ਜਿਹੜੇ ਹੈਗੇ ਉਹ ਛਾਪੇ ਜਾਂਦੇ ਆ। ਇਸ ਤੋਂ ਇਲਾਵਾ ਸਾਡੀਆਂ 20 ਦੇ ਕਰੀਬ ਜਿਹੜੀਆਂ ਨੇਗੀਆਂ ਉਹ ਮੂਵਮੈਂਟ ਨਾਲ ਸੰਬੰਧਿਤ ਜਿਹੜੀਆਂ ਨੇਗੀਆਂ ਉਹ ਪੁਸਤਕਾਂ ਨੇਗੀਆਂ ਜਿਹੜੀਆਂ ਕਿ ਛਾਪੀਆਂ ਗਈਆਂ ਨੇ। ਮੇਰੀਆਂ ਖੁਦ ਦੀਆਂ 2 ਕਿਤਾਬਾਂ ਨੇਗੀਆਂ, ਵਿਖੜਾ ਪੈਂਡਾ, ਓੜਕ ਸੱਚ ਰਹੀ। ਇਸ ਤੋਂ ਇਲਾਵਾ ਸਾਡੀਆਂ 20 ਦੇ ਕਰੀਬ ਜਿਹੜੀਆਂ ਕਿਤਾਬਾਂ ਨੇਗੀਆਂ ਤਾਂ ਕਿ ਜਿਹੜੇ ਸਿੱਖ ਨੌਜਵਾਨ ਹੈਗੇ ਆ ਵਧੀਆ ਤਰੀਕੇ ਦੇ ਲੇਖ ਛਾਪੇ ਜਾਣ ਮੈਗਜ਼ੀਨ ਦੇ ਵਿੱਚ, ਵਧੀਆ ਤਰੀਕੇ ਦਾ ਲਿਟਰੇਚਰ ਜਿਹੜਾ ਹੈਗਾ ਉਹ ਨੌਜਵਾਨਾਂ ਨੂੰ ਪੜ੍ਹਨ ਨੂੰ ਮਿਲੇ ਔਰ ਜਿਹੜੀ ਕੌਮ ਦੀ ਜਨਰੇਸ਼ਨ ਹੈਗੀ ਉਹਨੂੰ ਇੱਕ ਸੇਧ ਮਿਲ ਸਕੇ। ਜੀ ਜੀ, ਬਿਲਕੁਲ। ਬਹੁਤ ਵੱਡੀ ਗੱਲ ਹੈਗੀ ਹੈ ਕਿ ਸੰਸਥਾ ਇੰਨੇ ਵਧੀਆ ਜਿਹੜੇ ਉਪਰਾਲੇ ਹੈਗੇ ਆ ਉਹ ਕਰ ਰਹੇ ਆ, ਅਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਦਾ ਆਪਣਾ ਹੀ ਵਿੱਦਿਅਕ ਅਦਾਰਾ ਹੋਵੇ, ਜਿਸ ਤਰ੍ਹਾਂ ਕਿ ਤੁਸੀਂ ਪੰਜਾਬੀ ਸਾਹਿਤ ਔਰ ਮਾਂ ਬੋਲੀ ਬਾਰੇ ਸੇਵਾ ਕਰ ਰਹੇ ਹੋ, ਅਤੇ ਇਸ ਤਰ੍ਹਾਂ ਚਾਹੁੰਦੇ ਹੈਗੇ ਕਿ ਇਸ ਤਰੀਕੇ ਨਾਲ ਜਿਹੜਾ ਵਿੱਦਿਅਕ ਅਦਾਰਾ ਵੀ ਖੁੱਲ੍ਹੇ ਔਰ ਤੁਸੀਂ ਜਿਹੜੇ ਬੱਚੀਆਂ ਇੰਨੀ ਦੂਰ ਜਾਂਦੀਆਂ ਹੈਗੀਆਂ ਉਹਨਾਂ ਇੱਥੇ ਹੀ ਪ੍ਰਬੰਧ ਕੀਤਾ ਜਾਵੇ। ਅਤੇ ਇੱਕ ਗੱਲ ਵਿੱਚ ਰਹਿ ਗਈ, ਮੈਂ ਪੁੱਛਿਆ ਸੀਗਾ ਕਿ ਬੱਚਿਆਂ ਦੇ ਨਾਲ ਬੱਚੇ ਜਿਹੜੇ ਲੜਕੇ ਆ ਉਹ ਵੀ ਆਪਾਂ ਅਡੋਪਟ ਕਰਦੇ ਹੈਗੇ? ਜਦੋਂ ਸ਼ਹੀਦ ਸਿੰਘਾਂ ਦੇ ਬੱਚੇ ਸੀਗੇ ਉਦੋਂ ਲੜਕੇ ਤੇ ਲੜਕੀਆਂ ਦੋਨੋਂ ਹੀ ਇੱਥੇ ਰਹਿ ਕੇ ਮੇਰੇ ਕੋਲ ਪੜ੍ਹੇ ਹੈਗੇ ਆ। ਜੀ ਜੀ। ਪਰ ਉਸ ਟਾਈਮ ਦਿਮਾਗ ਵਿੱਚ ਸੋਚਿਆ ਸੀ ਕਿ ਸੰਗਤ ਵੱਲੋਂ ਇੰਨਾ ਕੁ ਸਹਿਯੋਗ ਤਾਂ ਹੋਵੇਗਾ ਕਿ ਕਮ ਸੇ ਕਮ ਲੜਕਿਆਂ ਦੇ ਰਹਿਣ ਦਾ ਅਲੱਗ ਪ੍ਰਬੰਧ ਕੀਤਾ ਜਾਵੇ, ਲੜਕੀਆਂ ਦੇ ਰਹਿਣ ਦਾ ਅਲੱਗ ਪ੍ਰਬੰਧ ਕੀਤਾ ਜਾਵੇ। ਪਰ ਜਿਸ ਆਸ ਦੇ ਨਾਲ ਸੰਸਥਾ ਸ਼ੁਰੂ ਕੀਤੀ ਸੀ, ਸ਼ਾਇਦ ਸੰਗਤ ਨੇ ਹੈਲਪ ਤਾਂ ਕੀਤੀ ਹੈਗੀ ਆ,
ਤਾਂ ਹੀ ਜਿਹੜੇ ਬੱਚੇ ਹੈਗੇ ਆ, ਜਿਹੜੇ ਸ਼ਹੀਦਾਂ ਦੀਆਂ ਬੱਚੀਆਂ ਨੇਗੀਆਂ, ਉਹ ਜਿੱਥੋਂ ਤੱਕ ਵੀ ਪੜ੍ਹਨਾ ਚਾਹੁਣ, ਬਹੁਤ ਸਾਰੀਆਂ ਬੱਚੀਆਂ ਵਕੀਲ ਬਣੀਆਂ ਨੇ, ਡਾਕਟਰ ਬਣੀਆਂ ਨੇਗੀਆਂ, ਬਹੁਤ ਸਾਰੇ ਮੁੰਡਿਆਂ ਨੇ ਇੰਜੀਨੀਅਰਿੰਗ ਕੀਤੀ ਹੈਗੀ ਆ, MBA BSc MSc, ਜਿੱਥੋਂ ਤੱਕ ਵੀ ਬੱਚਾ ਪੜ੍ਹ ਸਕਦਾ ਉੱਥੋਂ ਤੱਕ ਜਿਹੜੇ ਸ਼ਹੀਦਾਂ ਦੇ ਬੱਚੇ ਉਹ ਪੜ੍ਹੇ ਹੈਗੇ ਆ। ਔਰ ਕੋਈ ਵੀ ਸ਼ਹੀਦ ਦਾ ਬੱਚਾ ਚੈਲੰਜ ਨਹੀਂ ਕਰ ਸਕਦਾ ਕਿ ਅਸੀਂ ਇਸ ਟਰਸਟ ਦੇ ਨਾਲ ਰਾਬਤਾ ਕੀਤਾ ਸੀ ਤੇ ਸਾਨੂੰ ਸੰਸਥਾ ਵੱਲੋਂ ਫੀਸ ਜਿਹੜੀ ਉਹ ਨਹੀਂ ਦਿੱਤੀ ਗਈ। ਹਮੇਸ਼ਾ ਕੋਈ ਵੀ ਸ਼ਹੀਦ ਸਿੰਘ ਦਾ ਬੱਚਾ ਜਿਹੜਾ ਵੀ ਆਇਆ, ਚਾਹੇ ਉਹ ਘਰ ਰਹਿ ਕੇ ਪੜ੍ਹਨਾ ਚਾਹੁੰਦਾ ਸੀ, ਚਾਹੇ ਸੰਸਥਾ 'ਚ ਰਹਿ ਕੇ, ਚਾਹੇ ਹੋਸਟਲ 'ਚ ਰਹਿ ਕੇ, ਉਹਨੂੰ ਹਮੇਸ਼ਾ ਮੈਂ ਇਹੀ ਕਿਹਾ ਹੈਗਾ ਕਿ ਤੂੰ ਤਗੜਾ ਹੋ ਕੇ ਪੜ੍ਹ, ਫੀਸ ਦਾ ਪ੍ਰਬੰਧ ਆਪੇ ਪਰਮਾਤਮਾ ਨੇ ਕਰਨਾ। ਔਰ ਜਿਸ ਤਰ੍ਹਾਂ ਵੀ ਹੋ ਸਕਿਆ ਹੈਗਾ ਵਾ ਫੀਸਾਂ ਦਾ ਪ੍ਰਬੰਧ ਕਰਕੇ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਪੇ ਕੀਤੀਆਂ ਗਈਆਂ ਨੇਗੀਆਂ। ਔਰ ਸਭ ਤੋਂ ਜ਼ਿਆਦਾ ਜਿਹੜਾ ਸਾਡਾ ਖਰਚਾ ਇੱਕ ਜਿਹੜਾ ਸ਼ਹੀਦ ਸਿੰਘ ਦੇ ਇੱਕ ਬੱਚੇ ਦੇ ਉੱਤੇ +2 ਤੋਂ ਬਾਅਦ 5 ਲੱਖ ਤੋਂ ਲੈ ਕੇ 10 ਲੱਖ ਤੱਕ ਜਿਹੜਾ ਹੈਗਾ ਆਮ ਹੀ ਪੜ੍ਹਾਈ, ਤੁਹਾਨੂੰ ਪਤਾ ਬਹੁਤ ਮਹਿੰਗੇ ਪੱਧਰ ਦੀ ਪੜ੍ਹਾਈ ਹੈਗੀ ਆ। ਹੋਸਟਲ ਵਿੱਚ ਬੱਚੇ ਨੂੰ ਰੱਖਣਾ ਹੈਗਾ, ਦੂਰ ਦਰਾਡੇ ਜਿੱਥੇ ਵੀ ਯੂਨੀਵਰਸਿਟੀ ਵੱਲੋਂ ਸੀਟ ਮਿਲੀ ਹੈਗੀ ਉੱਥੇ ਉਹਨੂੰ ਰੱਖ ਕੇ ਪੜ੍ਹਾਇਆ ਗਿਆ ਹੈਗਾ। ਬਹੁਤ ਖਰਚੇ ਹੋਏ ਹੈਗੇ ਆ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਏ ਆ। ਪਰ ਜਦੋਂ ਬੱਚੇ ਵੱਡੇ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਮੈਂ ਦੇਖਿਆ ਕਿ ਇੱਕ ਛੱਤ ਥੱਲੇ ਰੱਖਣੇ ਜਿਹੜੇ ਬਹੁਤ ਮੁਸ਼ਕਲ ਹੈਗੇ ਆ। ਔਰ ਸਾਡੇ ਕੋਲ ਅਲੱਗ ਜਿਹੜਾ ਬਿਲਡਿੰਗ ਦਾ ਪ੍ਰਬੰਧ ਨਹੀਂ ਹੋ ਸਕਿਆ, ਇਸ ਕਰਕੇ ਜਿਹੜੇ ਮੁੰਡੇ ਹੈਗੇ ਆ ਉਹਨਾਂ ਨੂੰ ਜਾਂ ਹੋਸਟਲਾਂ 'ਚ ਜਾਂ ਘਰਾਂ 'ਚ ਰੱਖ ਕੇ ਪੜ੍ਹਾਉਣਾ ਪਿਆ। ਔਰ ਲੜਕੀਆਂ ਜਿਹੜੀਆਂ ਨੇਗੀਆਂ ਉਹਨਾਂ ਨੂੰ ਇੱਥੇ ਰੱਖ ਕੇ ਪੜ੍ਹਾਇਆ ਹੈਗਾ। ਹੁਣ ਵੀ ਸਿਰਫ ਲੜਕੀਆਂ ਹੀ ਜਿਹੜੀਆਂ ਇੱਥੇ ਰਹਿ ਕੇ ਪੜ੍ਹ ਰਹੀਆਂ ਨੇਗੀਆਂ। ਜੀ ਬਹੁਤ ਸ਼ੁਕਰੀਆ ਬੀਬੀ ਸੰਦੀਪ ਕੌਰ ਜੀ, ਤੁਸੀਂ ਸਿੱਖ ਚੈਨਲ ਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਆਪਣੀ ਗੱਲ ਰੱਖੀ ਔਰ ਇਸ ਟਰਸਟ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੋ ਇਹ ਸਨ ਬੀਬੀ ਸੰਦੀਪ ਕੌਰ ਜੀ, ਜਿਹੜੇ ਕਿ ਚੇਅਰਪਰਸਨ ਨੇ ਭਾਈ ਧਰਮ ਸਿੰਘ ਚੈਰੀਟੇਬਲ ਟਰਸਟ ਅੰਮ੍ਰਿਤਸਰ ਦੇ ਵਿੱਚ। ਕਾਫੀ ਲੰਬੇ ਅਰਸੇ ਤੋਂ ਬੀਬੀ ਜੀ ਬਹੁਤ ਵਧੀਆ ਜਿਹੜੇ ਹੈਗੇ ਇਸ ਟਰਸਟ ਦੇ ਜ਼ਰੀਏ ਕੰਮ ਕਰ ਰਹੇ ਆ। ਸਾਰੀ ਗੱਲਬਾਤ 'ਤੇ ਤੁਹਾਨੂੰ ਪਤਾ ਲੱਗਿਆ। ਸੋ ਇਹ ਕਿੱਡੀ ਵਿਡੰਬਣਾ ਹੈਗੀ ਆ ਕਿ ਜਿਹੜੇ ਸਾਡੀ ਕੌਮ ਦੇ ਆਗੂ ਨੇ, ਜਿਹੜੇ ਸਾਡੇ ਕੌਮ ਦੇ ਲੀਡਰ ਨੇ, ਉਹਨਾਂ ਦੀ ਇਸ ਕਮੀ ਜਿਹੜੀ ਆ ਸਾਨੂੰ ਨਜ਼ਰ ਆ ਰਹੀ ਹੈਗੀ ਆ ਕਿ ਜਿਹੜਾ ਕੰਮ ਉਹਨਾਂ ਨੂੰ ਅੱਗੇ ਆ ਕੇ ਕਰਨਾ ਚਾਹੀਦਾ ਸੀ, ਚਾਹੇ ਉਹ SGPC ਨੂੰ ਕਰਨਾ ਚਾਹੀਦਾ ਸੀ ਜਾਂ ਹੋਰ ਸਿੱਖ ਸੰਸਥਾਵਾਂ ਨੂੰ ਕਰਨਾ ਚਾਹੀਦਾ ਸੀ। ਲੀਡਰ ਸਿਰਫ ਕੁਰਸੀਆਂ ਦੀ ਭੁੱਖ ਤੱਕ ਸੀਮਤ ਰਹਿ ਗਏ ਹੈਗੇ ਆ। ਪਰ ਜਦੋਂ ਇਹੋ ਜਿਹੀਆਂ ਸੰਸਥਾਵਾਂ ਵਿੱਚ ਬੀਬੀ ਸੰਦੀਪ ਕੌਰ ਵਰਗੀਆਂ ਹਸਤੀਆਂ ਉੱਠ ਕੇ ਇਸ ਤਰ੍ਹਾਂ ਦੇ ਕੰਮ ਕਰਦੀਆਂ ਹੈਗੀਆਂ ਤਾਂ ਉਹਨਾਂ ਨੂੰ ਸਿਜਦਾ ਕਰਨਾ ਬਣਦਾ ਹੈ। ਅਗਲੀ ਵਾਰੀ ਖਾਸ ਮੁਲਾਕਾਤ ਵਿੱਚ ਕਿਸੇ ਹੋਰ ਚਿਹਰੇ ਨਾਲ ਤੁਹਾਡੀ ਰੂਬਰੂ ਕਰਾਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।